ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕੁਲਵਿੰਦਰ ਲਰਨਿੰਗ ਪੁਆਇੰਟ ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਪਾਠ ਪੁਸਤਕ ਵੰਨਗੀ 10 ਜਮਾਤ 10ਵੀਂ ਦੇ ਇਕਾਂਗੀ ਦੂਜਾ ਵਿਆਹ ਦੇ ਵਾਰਤਾਲਾਪ ਸੰਬੰਧੀ ਪ੍ਰਸ਼ਨ ਉੱਤਰ, ਵਸਤੂਨਿਸ਼ਟ ਪ੍ਰਸ਼ਨ ਉੱਤਰ, ਵੱਡੇ ਪ੍ਰਸ਼ਨ ਉੱਤਰ ਤੇ ਨਿਹਾਲ ਕੌਰ, ਮਨਜੀਤ ਤੇ ਸੁਖਦੇਵ ਸਿੰਘ ਦੇ ਪਾਤਰਾਂ ਦੇ ਪਾਤਰ ਚਿੱਤਰਨ ਕਰਾਂਗੇ। ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਵਾਰਤਾਲਾਪ ਨੂੰ ਧਿਆਨ ਨਾਲ ਪੜ੍ਹਾਂਗੇ ਤੇ ਫਿਰ ਉਸ ਦੇ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ। ਵਾਰਤਾਲਾਪ ਹੈ, ਮੇਰਾ ਤਾਂ ਕੋਈ ਨਹੀਂ ਕਰਦਾ ਜੀ, ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ, ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ, ਤੁਸੀਂ ਕਰੋ ਸਹੀ ਆਪਣੇ ਪੁੱਤ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ। ਤਾਂ ਇਸ ਦਾ ਪ੍ਰਸ਼ਨ 1 ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਉੱਤਰ, ਇਹ ਸ਼ਬਦ ਮਨਜੀਤ ਕੌਰ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ। ਪ੍ਰਸ਼ਨ 2, ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਉੱਤਰ, ਮਨਜੀਤ ਦੀ ਸੱਸ ਉਸ ਨੂੰ ਆਪਣੇ ਪੁੱਤਰ ਦਾ ਦੂਸਰਾ ਵਿਆਹ ਕਰ ਦੇਣ ਦਾ ਡਰਾਵਾ ਦਿੰਦੀ ਹੈ। ਪ੍ਰਸ਼ਨ 3, ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ? ਉੱਤਰ, ਮਨਜੀਤ ਕਹਿੰਦੀ ਹੈ ਕਿ ਉਹ ਉਹਨਾਂ ਦੇ ਦਰਵਾਜ਼ੇ ਤੇ ਆਪਣੀ ਜਾਨ ਦੇ ਦੇਵੇਗੀ। ਪਿਆਰੇ ਵਿਦਿਆਰਥੀਓ, ਅਗਲਾ ਵਾਰਤਾਲਾਪ ਹੈ, ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਕੁੜੀ ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਹਾਂਜੀ, ਇਸ ਵਾਰਤਾਲਾਪ ਤੇ ਆਧਾਰਿਤ ਪ੍ਰਸ਼ਨ 1 ਹੈ, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਸ ਦਾ ਉੱਤਰ ਹੈ, ਸੁਖਦੇਵ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ। ਪ੍ਰਸ਼ਨ 2, ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ? ਉੱਤਰ, ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ 2 ਬੱਚੇ ਸਨ, ਇੱਕ ਸੁਖਦੇਵ ਤੇ ਦੂਸਰਾ ਉਸਦੇ ਵੱਡੇ ਭੈਣ ਜੀ। ਪ੍ਰਸ਼ਨ 3, ਬਾਪੂ ਜੀ ਦੇ ਦੂਜਾ ਵਿਆਹ ਕਰਾਉਣ ਪਿੱਛੇ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ? ਉੱਤਰ, ਬਾਪੂ ਜੀ ਦੇ ਦੂਜਾ ਵਿਆਹ ਕਰਾਉਣ ਪਿੱਛੇ ਉਹਨਾਂ ਦੀ ਫੌਜੀ ਸੋਚ ਕੰਮ ਕਰ ਰਹੀ ਸੀ। ਅਗਲਾ ਵਾਰਤਾਲਾਪ ਹੈ, ਦੁਖੀ ਤਾਂ ਹੈ ਪਰ ਗੱਲ ਕੀ ਹੈ? ਦੁਖੀ ਦਾ ਤਾਂ ਮੈਨੂੰ ਪਤਾ ਹੀ ਹੈ, ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ। ਪ੍ਰਸ਼ਨ 1, ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਉੱਤਰ, ਇਹ ਸ਼ਬਦ ਗੁਰਦਿੱਤ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ ਕਹੇ। ਪ੍ਰਸ਼ਨ 2, ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ? ਉੱਤਰ, ਗੁਰਦਿੱਤ ਸਿੰਘ ਨੂੰ ਆਪਣੀ ਧੀ ਦੇ ਦੁਖੀ ਹੋਣ ਬਾਰੇ ਪਤਾ ਹੈ। ਪ੍ਰਸ਼ਨ 3, ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ? ਉੱਤਰ, ਉਸ ਦੇ ਦੁਖੀ ਹੋਣ ਦਾ ਕਾਰਨ ਉਸ ਦਾ ਜਗੀਰਦਾਰੀ ਸੋਚ ਵਾਲੇ ਪਰਿਵਾਰ ਵਿੱਚ ਵਿਆਹ ਹੋਣਾ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਦੂਜਾ ਵਿਆਹ ਇਕਾਂਗੀ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ 1, ਦੂਜਾ ਵਿਆਹ ਇਕਾਂਗੀ ਦਾ ਲੇਖਕ ਕੌਣ ਹੈ? ਉੱਤਰ, ਪ੍ਰਿੰਸੀਪਲ ਸੰਤ ਸਿੰਘ ਸਿੱਖੋਂ। ਪ੍ਰਸ਼ਨ 2, ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਹੈ? ਉੱਤਰ, ਸੱਸ। ਪ੍ਰਸ਼ਨ 3, ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਹੈ? ਉੱਤਰ, ਨੂੰਹ। ਪ੍ਰਸ਼ਨ 4, ਨਿਹਾਲ ਕੌਰ ਦੇ ਪਤੀ ਦਾ ਕੀ ਨਾਂ ਸੀ? ਉੱਤਰ, ਗੁਰਦਿੱਤ ਸਿੰਘ। ਪ੍ਰਸ਼ਨ 5, ਮਨਜੀਤ ਦੇ ਪਤੀ ਦਾ ਕੀ ਨਾਂ ਸੀ? ਉੱਤਰ, ਸੁਖਦੇਵ। ਪ੍ਰਸ਼ਨ 6, ਸੁਖਦੇਵ ਤੇ ਸੁਖਦੇਵ ਕੌਰ ਦੀ ਮਾਂ ਦਾ ਕੀ ਨਾਂ ਸੀ? ਉੱਤਰ, ਨਿਹਾਲ ਕੌਰ। ਪ੍ਰਸ਼ਨ 7, ਸੁਖਦੇਵ ਕੌਰ ਦੇ ਪਤੀ ਦਾ ਕੀ ਨਾਂ ਸੀ? ਉੱਤਰ, ਬਲਵੰਤ ਸਿੰਘ। ਪ੍ਰਸ਼ਨ 8, ਨਿਹਾਲ ਕੌਰ ਮਨਜੀਤ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਉੱਤਰ, ਦੂਜੇ ਵਿਆਹ ਦਾ। ਪ੍ਰਸ਼ਨ 9, ਸੁਖਰਾਜ ਕੌਣ ਸੀ? ਉੱਤਰ, ਇਸਤਰੀ ਸਭਾ ਦੀ ਪ੍ਰਧਾਨ। ਪ੍ਰਸ਼ਨ 10, ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ? ਉੱਤਰ, 2 ਧੀਆਂ। ਪ੍ਰਸ਼ਨ 11, ਸੁਖਦੇਵ ਕੌਰ ਕਿਹਨਾਂ ਦੇ ਘਰ ਵਿਆਹੀ ਹੋਈ ਸੀ? ਉੱਤਰ, ਜਗੀਰਦਾਰਾਂ ਦੇ ਘਰ। ਪ੍ਰਸ਼ਨ 12, ਸੁਖਦੇਵ ਅਤੇ ਮਨਜੀਤ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਨ? ਉੱਤਰ, 2.5 ਸਾਲ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਦੂਜਾ ਵਿਆਹ ਇਕਾਂਗੀ ਦੇ ਵੱਡੇ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ 1, ਨਿਹਾਲ ਕੌਰ ਨੂੰ ਆਪਣੀ ਨੂੰਹ ਮਨਜੀਤ ਨਾਲ ਕੀ ਗਿਲਾ ਹੁੰਦਾ ਹੈ? ਉੱਤਰ, ਨਿਹਾਲ ਕੌਰ ਨੂੰ ਇੱਕ ਗਿਲਾ ਤਾਂ ਇਹ ਹੈ ਕਿ ਮਨਜੀਤ ਸਮੇਂ 'ਤੇ ਕੰਮ ਨਹੀਂ ਕਰਦੀ। ਦੂਜਾ ਇਹ ਗਿਲਾ ਹੈ
ਕਿ ਮਨਜੀਤ ਮੋਟੀ ਸਬਜ਼ੀ ਕੱਟ ਕੇ ਤੇ ਅੱਗ ਤੇ ਅੱਧ ਰਿੱਝੀ ਸਬਜ਼ੀ ਬਣਾਉਂਦੀ ਹੈ। ਤੀਜਾ ਗਿਲਾ ਇਹ ਹੈ ਕਿ ਉਹ ਗੁਆਂਢਣ ਨਾਲ ਇਸਤਰੀ ਸਭਾ ਵਿੱਚ ਸ਼ਾਮਲ ਹੈ। ਅਤੇ ਚੌਥਾ ਇਹ ਗਿਲਾ ਹੈ ਕਿ ਉਹ ਆਪਣੇ ਪਤੀ ਸੁਖਦੇਵ ਨੂੰ ਨਾਂ ਲੈ ਕੇ ਬੁਲਾਉਂਦੀ ਹੈ। ਪ੍ਰਸ਼ਨ 2। ਨਿਹਾਲ ਕੌਰ ਮਨਜੀਤ ਨੂੰ ਹਰ ਵੇਲੇ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾ ਦੇਣ ਦੀ ਧਮਕੀ ਕਿਉਂ ਦਿੰਦੀ ਹੈ? ਉੱਤਰ। ਨਿਹਾਲ ਕੌਰ ਨੂੰ ਸਾਰੀ ਉਮਰ ਗੁਰਦਿੱਤ ਸਿੰਘ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਅਤੇ ਫਿਰ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ। ਇਸ ਲਈ ਨਿਹਾਲ ਕੌਰ ਸਮਝਦੀ ਸੀ ਕਿ ਇਸਤਰੀ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਜ਼ਰੂਰੀ ਹੈ। ਇਸ ਤੋਂ ਇਲਾਵਾ ਮਨਜੀਤ ਦੇ ਵਿਆਹ ਨੂੰ 2.5 ਸਾਲ ਹੋ ਚੁੱਕੇ ਸਨ, ਪਰ ਉਸ ਦਾ ਕੋਈ ਬੱਚਾ ਨਹੀਂ ਸੀ। ਇਸ ਲਈ ਨਿਹਾਲ ਕੌਰ ਮਨਜੀਤ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾ ਦੇਣ ਦੀ ਧਮਕੀ ਦਿੰਦੀ ਸੀ। ਪ੍ਰਸ਼ਨ 3। ਮਨਜੀਤ ਨੇ ਆਪਣੇ ਪਤੀ ਦਾ ਨਾਂ ਕਦੋਂ ਤੋਂ ਲੈਣਾ ਸ਼ੁਰੂ ਕੀਤਾ? ਉੱਤਰ। ਜਦੋਂ ਮਨਜੀਤ ਸੁਖਦੇਵ ਨਾਲ ਛਾਉਣੀ ਵਿੱਚ ਰਹਿ ਰਹੀ ਸੀ ਤਾਂ ਸੁਖਦੇਵ ਨੇ ਆਪ ਹੀ ਨਾਂ ਲੈਣ ਲਾ ਲਿਆ। ਪ੍ਰਸ਼ਨ 4। ਗੁਰਦਿੱਤ ਸਿੰਘ ਦੂਜਾ ਵਿਆਹ ਕਿਉਂ ਕਰਾਉਂਦਾ ਹੈ? ਉੱਤਰ। ਜਦੋਂ ਗੁਰਦਿੱਤ ਸਿੰਘ ਫੌਜ ਵਿੱਚ ਭਰਤੀ ਹੋਇਆ ਤਾਂ ਉਸ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਤੱਕ ਉਸ ਦੇ 2 ਬੱਚੇ ਸਨ, ਪਰ ਫੌਜੀ ਨੁਕਤੇ ਤੋਂ ਗੁਰਦਿੱਤ ਸਿੰਘ ਨੇ ਇੰਨੀ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ। ਪਰ ਦੂਜੀ ਪਤਨੀ ਤੋਂ ਉਸ ਨੂੰ ਕੋਈ ਸੰਤਾਨ ਨਾ ਹੋਈ ਤੇ ਦੂਜੀ ਪਤਨੀ 5 ਕੁ ਸਾਲਾਂ ਬਾਅਦ ਮਰ ਗਈ। ਪ੍ਰਸ਼ਨ 5। ਨਿਹਾਲ ਕੌਰ ਗੁਆਂਢਣ ਬਾਰੇ ਕੀ ਕਹਿੰਦੀ ਹੈ? ਉੱਤਰ। ਨਿਹਾਲ ਕੌਰ ਸਮਝਦੀ ਹੈ ਕਿ ਮਨਜੀਤ ਨੂੰ ਪੁੱਠੀਆਂ ਪੱਟੀਆਂ ਪੜ੍ਹਾਉਣ ਵਾਲੀ ਗੁਆਂਢਣ ਹੀ ਹੈ। ਮਨਜੀਤ ਦਾ ਗੁਆਂਢਣ ਨਾਲ ਇਸਤਰੀ ਸਭਾਵਾਂ ਵਿੱਚ ਸ਼ਾਮਲ ਹੋਣਾ ਨਿਹਾਲ ਕੌਰ ਨੂੰ ਬਿਲਕੁਲ ਪਸੰਦ ਨਹੀਂ, ਇਸ ਲਈ ਉਹ ਗੁਆਂਢਣ ਨੂੰ ਬੁਰਾ ਭਲਾ ਕਹਿੰਦੀ ਹੈ। ਪ੍ਰਸ਼ਨ 6। ਮਨਜੀਤ ਕਿਸ ਦੇ ਆਉਣ ਦੀ ਤਿਆਰੀ ਕਰ ਰਹੀ ਸੀ ਤੇ ਆਪਣੀ ਸੱਸ ਨੂੰ ਕੀ ਕਹਿੰਦੀ ਹੈ? ਉੱਤਰ। ਮਨਜੀਤ ਅਸਲ ਵਿੱਚ ਆਪਣੇ ਪਤੀ ਸੁਖਦੇਵ ਸਿੰਘ ਦੇ ਆਉਣ ਦੀ ਤਿਆਰੀ ਕਰ ਰਹੀ ਸੀ, ਪਰ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਇਸਤਰੀ ਸਭਾ ਦੀ ਜ਼ਿਲ੍ਹੇ ਦੀ ਸਕੱਤਰ ਸੁਖਰਾਜ ਨੇ ਆਉਣਾ ਹੈ। ਪ੍ਰਸ਼ਨ 7। ਸੁਖਦੇਵ ਕੌਰ ਨੇ ਚਿੱਠੀ ਵਿੱਚ ਕੀ ਲਿਖਿਆ ਸੀ? ਉੱਤਰ। ਸੁਖਦੇਵ ਕੌਰ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਬਲਵੰਤ ਸਿੰਘ ਹੋਰੀ ਸ਼ਰਾਬ ਪੀਣ ਲੱਗ ਪਏ ਹਨ। ਉਹ ਅੱਧੀ ਰਾਤ ਤੱਕ ਘਰ ਨਹੀਂ ਆਉਂਦੇ, ਕੁਝ ਕਹੋ ਤਾਂ ਮਾਰਨ ਪੈਂਦੇ ਹਨ ਅਤੇ ਦੂਜਾ ਵਿਆਹ ਕਰਾਉਣ ਦੀ ਧਮਕੀ ਦਿੰਦੇ ਹਨ। ਪ੍ਰਸ਼ਨ 8। ਨਿਹਾਲ ਕੌਰ ਮਨਜੀਤ ਤੋਂ ਮਾਫ਼ੀ ਕਿਉਂ ਮੰਗਦੀ ਹੈ? ਉੱਤਰ। ਨਿਹਾਲ ਕੌਰ ਹਰ ਵੇਲੇ ਆਪਣੀ ਨੂੰਹ ਮਨਜੀਤ ਨੂੰ ਆਪਣੇ ਪੁੱਤਰ ਸੁਖਦੇਵ ਸਿੰਘ ਦਾ ਦੂਜਾ ਵਿਆਹ ਕਰਾਉਣ ਦੀ ਧਮਕੀ ਦਿੰਦੀ ਹੈ, ਪਰ ਜਦੋਂ ਉਸ ਦੀ ਆਪਣੀ ਧੀ ਸੁਖਦੇਵ ਕੌਰ ਨੂੰ ਦੂਜੇ ਵਿਆਹ ਦੀ ਧਮਕੀ ਮਿਲਦੀ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਇਸ ਕਰਕੇ ਉਹ ਮਨਜੀਤ ਤੋਂ ਮਾਫ਼ੀ ਮੰਗਦੀ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਦੂਜਾ ਵਿਆਹ ਇਕਾਂਗੀ ਦੇ ਪਾਤਰ ਚਿੱਤਰਨ ਕਰਾਂਗੇ। ਪਹਿਲਾ ਪਾਤਰ ਚਿੱਤਰਨ ਨਿਹਾਲ ਕੌਰ ਦਾ ਹੈ। ਜਾਣ ਪਛਾਣ। ਨਿਹਾਲ ਕੌਰ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦੀ ਮਹੱਤਵਪੂਰਨ ਪਾਤਰ ਹੈ। ਉਹ ਗੁਰਦਿੱਤ ਸਿੰਘ ਦੀ ਪਤਨੀ, ਸੁਖਦੇਵ ਸਿੰਘ ਅਤੇ ਸੁਖਦੇਵ ਕੌਰ ਦੀ ਮਾਂ ਅਤੇ ਮਨਜੀਤ ਦੀ ਸੱਸ ਹੈ। ਪੁਰਾਣੇ ਖਿਆਲਾਂ ਦੀ ਇਸਤਰੀ। ਉਹ ਪਤੀ ਦਾ ਨਾਂ ਲੈਣ ਅਤੇ ਘੁੰਡ ਚੁੱਕਣ ਦੇ ਵਿਰੁੱਧ ਹੈ। ਨੂੰਹ ਵਿੱਚ ਨੁਕਸ ਕੱਢਣ ਵਾਲੀ। ਉਹ ਨੂੰਹ ਦੀ ਗੱਲ ਵਿੱਚ ਨੁਕਸ ਛਾਂਟਦੀ ਹੈ। ਉਸ ਨੂੰ 2.5 ਸਾਲਾਂ ਵਿੱਚ ਕੋਈ ਬੱਚਾ ਨਾ ਹੋਣ ਦਾ ਤਾਨਾ ਵੀ ਦਿੰਦੀ ਹੈ। ਵਿਹਲੀ ਨਾ ਬੈਠਣ ਵਾਲੀ। ਨਿਹਾਲ ਕੌਰ ਚਰਖਾ ਕੱਤਦੀ ਹੈ ਅਤੇ ਸਵੇਰੇ ਸਵੇਰੇ 3 ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਦਿੰਦੀ ਹੈ। ਆਪਣੇ ਬੱਚਿਆਂ 'ਤੇ ਮਾਣ ਕਰਨ ਵਾਲੀ। ਉਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ ਅਤੇ ਆਪਣੀ ਧੀ ਲਈ ਉਹ ਫਿਕਰਮੰਦ ਹੈ। ਆਪਣੀ ਗਲਤੀ 'ਤੇ ਪਛਤਾਉਣ ਵਾਲੀ। ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦੇ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਹੈ, ਪਰ ਜਦੋਂ ਉਸ ਨੂੰ ਆਪਣੀ ਧੀ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਪਤਾ ਲੱਗਦਾ ਹੈ ਫਿਰ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ। ਉਹ ਆਪਣੀ ਨੂੰਹ ਤੋਂ ਮਾਫ਼ੀ ਮੰਗਦੀ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਮਨਜੀਤ ਦਾ ਪਾਤਰ ਚਿੱਤਰਨ ਕਰਾਂਗੇ। ਜਾਣ ਪਛਾਣ। ਮਨਜੀਤ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦੀ ਮਹੱਤਵਪੂਰਨ ਪਾਤਰ ਹੈ। ਉਹ ਸੁਖਦੇਵ ਦੀ ਪਤਨੀ ਅਤੇ ਨਿਹਾਲ ਕੌਰ ਦੀ ਨੂੰਹ ਹੈ। ਗੁੱਸੇ ਵਿੱਚ ਨਾ ਆਉਣ ਵਾਲੀ ਤੇ ਹਸਮੁਖ। ਉਹ ਬਹੁਤ ਸਮਝਦਾਰ ਹੈ ਅਤੇ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ, ਸਗੋਂ ਹੱਸ ਕੇ ਟਾਲ ਛੱਡਦੀ ਹੈ। ਪਤੀ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਾਲੀ। ਉਹ ਆਪਣੇ ਪਤੀ ਅਤੇ ਸੱਸ ਸਹੁਰੇ ਦਾ ਸਤਿਕਾਰ ਕਰਦੀ ਹੈ। ਨਵੇਂ ਖਿਆਲਾਂ ਵਾਲੀ ਅਤੇ ਇਸਤਰੀ ਸਭਾ ਦੀ ਮੈਂਬਰ। ਨਵੇਂ ਖਿਆਲਾਂ ਦੀ ਇਸਤਰੀ ਹੋਣ ਕਰਕੇ ਉਹ ਘੁੰਡ ਨਹੀਂ ਕੱਢਦੀ ਅਤੇ ਉਹ ਪਿੰਡ ਵਿੱਚ ਬਣੀ ਇਸਤਰੀ ਸਭਾ ਦੀ ਮੈਂਬਰ ਵੀ ਹੈ।
ਨਿੰਦਿਆ ਨਾ ਪਸੰਦ ਕਰਨ ਵਾਲੀ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਹ ਗੁਆਂਢਣ ਦੀ ਨਿੰਦਿਆ ਨਾ ਕਰੇ। ਨਨਾਣ ਨਾਲ ਪਿਆਰ ਰੱਖਣ ਵਾਲੀ। ਉਹ ਆਪਣੀ ਨਨਾਣ ਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ। ਇੱਕ ਸੁਚੱਜੀ ਨੂੰਹ। ਉਹ ਆਪਣੇ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨਾਲ ਵੀ ਬੁਰਾ ਸਲੂਕ ਨਹੀਂ ਕਰਦੀ। ਉਹ ਘਰ ਦੇ ਮਾਹੌਲ ਨੂੰ ਸੁਖਾਵਾਂ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਸੁਖਦੇਵ ਸਿੰਘ ਦਾ ਪਾਤਰ ਚਿੱਤਰਨ ਕਰਾਂਗੇ। ਜਾਣ ਪਛਾਣ। ਸੁਖਦੇਵ ਸਿੰਘ ਸੰਤ ਸਿੰਘ ਸੇਖੋਂ ਦੀ ਇਕਾਂਗੀ ਦੂਜਾ ਵਿਆਹ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਪੁੱਤਰ ਹੈ। ਸੁਖਦੇਵ ਸਿੰਘ ਮਨਜੀਤ ਦਾ ਪਤੀ ਹੈ। ਉਹ ਇੱਕ ਫੌਜੀ ਹੈ। ਪੜ੍ਹਿਆ ਲਿਖਿਆ ਅਤੇ ਨਵੀਂ ਪੀੜ੍ਹੀ ਦਾ ਨੌਜਵਾਨ। ਉਹ ਆਪਣੀ ਪਤਨੀ ਨੂੰ ਆਪਣੇ ਘਰ ਵਿੱਚ ਬਰਾਬਰੀ ਦਿੰਦਾ ਹੈ। ਉਹ ਆਪਣੀ ਪਤਨੀ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਦੀ ਖੁੱਲ੍ਹ ਦਿੰਦਾ ਹੈ। ਮਾਂ ਦੇ ਸੁਭਾਅ ਤੋਂ ਜਾਣੂ। ਉਸ ਨੂੰ ਇਹ ਪਤਾ ਹੈ ਕਿ ਉਸ ਦੀ ਮਾਂ ਨੂੰ ਜਾਪਦਾ ਹੈ ਕਿ ਇਸਤਰੀ 'ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੈ। ਭੈਣ ਲਈ ਫਿਕਰਮੰਦ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨ ਵਾਲਾ। ਉਹ ਆਪਣੀ ਭੈਣ ਲਈ ਫਿਕਰਮੰਦ ਹੈ ਅਤੇ ਮਾਤਾ ਪਿਤਾ ਦਾ ਸਤਿਕਾਰ ਵੀ ਕਰਦਾ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਸੁਖਦੇਵ ਸਿੰਘ ਦਾ ਪਾਤਰ ਚਿੱਤਰਨ। ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਾਰਤਾਲਾਪ ਸੰਬੰਧੀ ਪ੍ਰਸ਼ਨ ਉੱਤਰ, ਵਸਤੂਨਿਸ਼ਟ ਪ੍ਰਸ਼ਨ ਉੱਤਰ, ਵੱਡੇ ਪ੍ਰਸ਼ਨ ਉੱਤਰ ਤੇ ਨਿਹਾਲ ਕੌਰ, ਮਨਜੀਤ ਤੇ ਸੁਖਦੇਵ ਸਿੰਘ ਦਾ ਪਾਤਰ ਚਿੱਤਰਨ ਕੀਤਾ। ਆਸ ਕਰਦੀ ਹਾਂ ਕਿ ਤੁਹਾਨੂੰ ਇਹ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਅਤੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ, ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ।